ਅੱਗੇ ਵਧਦੇ ਹਾਂ। ਦੀਪਕ ਟਿੰਨੂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ। ਟਿੰਨੂ ਨੂੰ ਭਜਾਉਣ ਦੇ ਵਿੱਚ 5 ਹਥਿਆਰਬੰਦ ਸ਼ਾਮਿਲ ਸਨ, ਬਦਮਾਸ਼ ਸਨ। ਸੂਤਰਾਂ ਦੇ ਮੁਤਾबिक ਜਾਣਕਾਰੀ ਸਾਹਮਣੇ ਆ ਰਹੀ ਹੈ, ਹਥਿਆਰਾਂ ਦੇ ਨਾਲ ਲੈਸ ਹੋ ਕੇ 2 ਗੱਡੀਆਂ ਦੇ ਵਿੱਚ ਸਵਾਰ ਹੋ ਕੇ ਇਹ ਆਏ ਸਨ ਔਰ ਜਿਨ੍ਹਾਂ ਦੇ ਵੱਲੋਂ ਭਜਾਇਆ ਗਿਆ ਹਥਿਆਰਾਂ ਦੇ ਨਾਲ ਇਹ ਲੈਸ ਸਨ ਔਰ 2 ਗੱਡੀਆਂ ਇਹਨਾਂ ਦੇ ਕੋਲ ਮੌਜੂਦ ਸੀ ਔਰ ਜਿਸ ਵੇਲੇ ਗਏ ਨੇ ਤਾਂ ਕਾਰ ਦੇ ਵਿੱਚ ਗਰਲਫ੍ਰੈਂਡ ਦੇ ਨਾਲ बैठ के फरार होया टीनू। यह भी खुलासा इस दे विच हुंदा होया नजर आ रहा है कि अपनी गर्लफ्रेंड दे नाल बैठ के फरार होया टीनू। फरार होने वेले टीनू दे कोल 9mm दा पिस्टल भी सी, पिस्तौल भी सी। यह भी जानकारी है। सीआईए स्टाफ दे नेड़े भी घुम रही सन गड्डियां, यह भी मिले है, जानकारी मिली है और खास तौर पर एक वड्डी लीड असीं इस नूं मान सकते क्योंकि लगातार खुलासे भी हो रहे हैं। जानकारी भी आ रही है प्रितपाल दी सरकारी कोठी तो फरार होया सी टीनू, क्योंकि पहला गेस्ट हाउस वाली कहानी घड़ी गई सी पर उस तो बाद यह साफ हुंदा होया नजर आ रहा है कि गेस्ट हाउस दे विच नहीं बल्कि सरकारी कोठी दे विच फरार होया और 2 गड्डियां हथियारबंद लोग जिहड़े ने वो लैके आए ने जिन्हां दे वल्लों छुड़वाया गया या कह लईए भजाया गया। मनोज राठी ने फोन लाइन ते। मनोज की कुछ जानकारी है, एक तो बाद एक अहम खुलासे हो रहे हैं और लगातार सवाल बरकरार सी कि किवें फरार होया दीपक टिन्नू। देखो गुजरात ਦੇ ਵਿੱਚ ਕਈ ਜਿਹੜੇ ਖੁਲਾਸੇ ਹੈ ਉਹ ਸਾਹਮਣੇ ਆ ਰਹੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਦੀਪਕ ਟਿੰਨੂ ਕਿੱਥੋਂ ਫਰਾਰ ਹੋਇਆ, ਇਹ ਕਲੀਅਰ ਹੋ ਚੁੱਕਿਆ ਹੈ ਕਿ ਪ੍ਰੀਤਪਾਲ ਦੀ ਜਿਹੜੀ ਸਰਕਾਰੀ ਕੋਠੀ ਹੈ ਉੱਥੋਂ ਦੀਪਕ ਟਿੰਨੂ ਫਰਾਰ ਹੋਇਆ, ਕਿਉਂਕਿ ਸੀਸੀਟੀਵੀ ਜਿਹੜੀ ਆਈ ਹੈ ਉਹਦੇ ਵਿੱਚ ਕਈ ਰਾਜ਼ ਜਿਹੜੇ ਉਹ ਖੁੱਲਦੇ ਨਜ਼ਰ ਆ ਰਹੇ ਹਨ। 2 ਗੱਡੀਆਂ ਸੀ ਜਿਹੜੇ ਪੁਲਿਸ ਸੋਰਸੇ ਜਾਣਕਾਰੀ ਦੇ ਰਹੇ, ਇੱਕ ਬਲੈਕ ਕਲਰ ਦੀ ਗੱਡੀ ਸੀ। ਇਹ ਉਹੀ ਗੱਡੀ ਹੈ, ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਉਹੀ ਗੱਡੀ ਹੈ ਜੋ ਕਿ ਉਹਦੀ ਗਰਲਫ੍ਰੈਂਡ ਦੀ ਗੱਡੀ ਹੈਗੀ ਬਲੈਕ ਕਲਰ ਦੀ, ਜਿਹਨੂੰ ਥੋੜੇ ਦਿਨ ਪਹਿਲਾਂ ਦੀਪਕ ਟਿੰਨੂ ਨੇ ਆਪਣੀ ਗਰਲਫ੍ਰੈਂਡ ਨੂੰ ਗਿਫਟ ਦਿੱਤੀ ਸੀ। ਇੱਕ ਗੱਡੀ ਉਹ ਹੈਗੀ, ਦੂਜੀ ਗੱਡੀ ਇੱਕ ਹੋਰ ਦੱਸੀ ਜਾ ਰਹੀ ਹੈ ਫੋਰਚੂਨਰ ਗੱਡੀ ਹੈ। 2 ਗੱਡੀਆਂ ਉੱਥੇ ਆਈ ਸੀ ਤੇ ਉਹਨੂੰ ਲੈ ਕੇ ਗਈ ਹੈ, ਜਿਹੜੀ ਸੀਸੀਟੀਵੀ ਦੇਖੇ, ਜਿਹੜੇ ਪੁਲਿਸ ਸੋਰਸੇ ਸਾਨੂੰ ਜਾਣਕਾਰੀ ਦੇ ਰਹੇ। ਤੇ ਹੁਣ 2 ਗੱਡੀਆਂ 'ਚ 5 ਤੋਂ 6 ਬੰਦੇ ਵੀ ਸਵਾਰ ਸੀਗੇ, यानी कि पूरी प्लानिंग पूरी उस तो पहला, क्योंकि जिस दिन फरार होया सेम डे ਤਾਂ ਇਹ ਸਾਰੀ ਚੀਜ਼ਾਂ ਨਹੀਂ ਹੋਈ, ਉਸ ਤੋਂ ਪਹਿਲਾਂ ਸਾਰੀ ਪਲੈਨਿੰਗ ਹੋਈ ਹੈ, ਪੂਰੀ ਰੈਕੀ ਹੋਈ ਹੈ। ਕਿਉਂਕਿ ਇਹ ਵੀ ਜਿਹੜੇ ਪੁਲਿਸ ਸੋਰਸੇ ਸਾਨੂੰ ਜਾਣਕਾਰੀ ਦੇ ਰਹੇ ਹੈ ਕਿ ਪਹਿਲਾਂ ਵੀ ਉੱਥੇ ਉਹ ਗੱਡੀਆਂ ਦੇਖੀ ਗਈਆਂ, यानी कि ਰੈਕੀ ਹੋਈ ਹੈ, यानी कि पूरी प्लानिंग ਹੋਈ ਹੈ, यानी कि ਦੀਪਕ ਟਿੰਨੂ ਨੇ ਪੂਰੀ ਪਲੈਨਿੰਗ ਕੀਤੀ ਹੋਈ ਸੀ। ਉਸ ਤੋਂ ਬਾਅਦ ਉਹਨੂੰ ਝਾਂਸਾ ਦਿੱਤਾ, ਪ੍ਰੀਤਪਾਲ ਨੂੰ ਝਾਂਸਾ ਦਿੱਤਾ, ਜੋ ਵੀ ਲਾਲਚ ਹੈਗਾ। ਹਾਲੇ ਕਿ ਹਜੇ ਤੱਕ किसी भी तरह की कोई गलबात नहीं आई कि आखिर लालच की थी, क्योंकि बार बार प्रीतपाल तो यही कहना नजर आ रहा है कि उन्हें मैनू रिकवरी करानी सी, इस करके मैं उन्होंने लैके गया थी। लेकिन सवाल तो उत्थे भी खड़े होंगे, जेकर रिकवरी करानी सी तो कोई सिक्योरिटी कितने सी, हथकड़ी कितने सी, पर्सनल गड्डी क्यों सी, सिक्योरिटी होर सरकारी गड्डियां क्यों नहीं थी, बहुत सारे सवाल ने। लेकिन हुण तक जी क्लीयर चीज़ां हुई है कि उहदे विच यही गल सामने आ रही है, जिहड़े सोर्सिस पुख्ता सोर्सिस जिहड़े जानकारी दे रहे कि 2 ਗੱਡੀਆਂ, ਇੱਕ ਬਲੈਕ ਕਲਰ ਦੀ ਗੱਡੀ ਸੀਗੀ ਉਹਦੀ ਗਰਲਫ੍ਰੈਂਡ ਦੀ ਦੱਸੀ ਜਾ ਰਹੀ ਹੈ ਤੇ ਇੱਕ ਹੋਰ ਫੋਰਚੂਨਰ ਗੱਡੀ ਵੀ ਸੀਗੀ, ਕਿਉਂਕਿ ਬਹੁਤ ਹੀ ਤੇਜ਼ੀ ਨਾਲ ਉੱਥੋਂ ਨਿਕਲੀ ਔਰ ਰਾਤ ਕਰੀਬ 1:30 ਤੋਂ 2 ਵਜੇ ਉਹ ਫਰਾਰ ਹੋਇਆ ਹੈ। ਜਿਹੜੀ ਟਾਈਮਿੰਗ ਦੀ ਗੱਲ ਹੁਣ ਤੱਕ ਸਾਹਮਣੇ ਆ ਰਹੀ, ਯਾਨੀ ਕਿ ਕਿਉਂਕਿ ਇੱਕ ਗੱਲ ਹੋਰ ਹੈ ਕਿ ਜਿਹੜੀ ਪੁਲਿਸ ਸੋਰਸਿਸ ਦੇ ਰਹੇ ਕਿ ਜਿੱਥੇ ਪ੍ਰੀਤਪਾਲ ਦੀ ਸਰਕਾਰੀ ਕੋਠੀ ਹੈਗੀ ਉੱਥੋਂ ਜਦ ਬਾਹਰ ਨੂੰ ਨਿਕਲਦੇ ਤੇ ਕਾਫੀ ਜਿਹੜਾ ਏਰੀਆ ਹੈ ਉਹ ਕੰਜਸਟਿਡ ਏਰੀਆ, ਕੰਜਸਟਿਡ ਮਤਲਬ ਜਿਹੜੀ ਗਲੀਆਂ ਹੈਗੀਆਂ, ਜਿਹੜੇ ਰਾਸਤੇ ਹੈਗੇ ਉਹ ਕਾਫੀ ਜ਼ਿਆਦਾ ਵੱਡੇ ਵੱਡੇ ਨਹੀਂ ਹੈ, ਉਹ ਛੋਟੇ ਛੋਟੇ ਰਾਸਤੇ ਹੈ। ਜਿਹਦਾ ਮਤਲਬ ਇਹ ਹੈ ਕਿ ਪੂਰੀ ਪਹਿਲਾਂ ਉਹਦੇ ਘਰ ਦੀ ਰੈਕੀ ਵੀ ਕੀਤੀ ਗਈ ਹੈ, ਪੂਰਾ ਜਿਹੜਾ ਹੈਗਾ ਸੀਆਈ ਸਟਾਫ ਦੀ ਵੀ ਰੈਕੀ ਕੀਤੀ ਗਈ ਹੈ ਔਰ ਉਸ ਤੇ ਇਹ ਜਿਹੜੀ ਪਲੈਨਿੰਗ ਚੱਲ ਰਹੀ ਸੀ। ਕਿਉਂਕਿ 5ਵੀਂ ਵਾਰ ਇਹਨੂੰ ਪ੍ਰੋਟੈਕਸ਼ਨ ਵਾਰੰਟ ਤੇ ਜਦ ਪ੍ਰੀਤਪਾਲ ਲੈ ਕੇ ਆਇਆ, यानी कि पहला ही, क्योंकि दीपक टिन्नू एक इस तरह का गैंगस्टर है, ਅਸੀਂ लगातार जिक्र कर रहे हैं कि बहुत ही शातिर ਪਹਿਲਾਂ ਵੀ ਭੱਜਿਆ ਹੋਇਆ। ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਹਰਿਆਣਾ ਦੇ ਉੱਥੋਂ ਪੰਚਕੂਲਾ ਤੋਂ ਭੱਜਿਆ ਸੀਗਾ, ਇੱਕ ਵਾਰ ਹਿਸਾਰ ਤੋਂ ਭੱਜਿਆ ਸੀ। ਤੇ ਹੁਣ ਇਹਨੇ ਜਿਹੜੀ ਜਿਸ ਤਰੀਕੇ ਦੀ ਪਲੈਨਿੰਗ ਕੀਤੀ ਹੈ, ਜਿਸ ਤਰੀਕੇ ਨਾਲ ਹੋਰ ਬੰਦਿਆਂ ਨਾਲ ਸੰਪਰਕ ਕਰਕੇ, ਕਿਉਂਕਿ ਜਿਹੜੀ ਮੋਬਾਈਲ ਸੀਗਾ ਉਹਦੇ ਕੋਲ ਜਿਹੜਾ ਪ੍ਰੀਤਪਾਲ ਨੇ ਦਿੱਤਾ ਹੋਇਆ ਸੀਗਾ, ਤੁਸੀਂ ਦੱਸ ਰਹੇ ਕਿ ਉਸੇ ਮੋਬਾਈਲ ਤੋਂ लगातार वो गलबात कर रहा सीगा कि ਅਸੀਂ जाना हैगा, इधर जाना, इधर। बिल्कुल एक होर खुलासा हो रहा मनोज, फौरी तौर ते वापस ही करांगे, बने रहो साडे नाल। तां ये वड्डी खबर है जरूर और खास तौर ते जेकर एक तो बाद एक खुलासे दा जिक्र कीता जाए, गैंगस्टर दीपक टिन्नू दे फरार होण नूं लैके होर वड्डा खुलासा होया। 2 घंटे तक टिन्नू दे फरार होण दी खबर लुको के रखी गई सी। सीआईए इंचार्ज ने काफी देर तक जिहड़ा है उन्हें ही दस्सिया कि आखिरकार फरार हो गया। 2 घंटे तो भी वध समय तो बाद अफसरां नूं इह इतलाह कीती गई, इह जानकारी दित्ती गई कि दीपक टिन्नू फरार हो गया। इस दे विच भी बहुत वड्डे सवाल ने, ताकि वो शायद दूर जा सके, उन्ना समा तक दूर चला गया सी, यह भी सुभाविक तौर पे है। लगातार ने साडे नाल मनोज राठी। मनोज, वाकई सवाल उत्थे खड़ा हो जाता है, शक की सूई उत्थे आ जाती है कि पूरी प्लैनिंग दे नाल भजाया गया, क्योंकि 2 घंटे तक इतला ना देना, दसना ना कि दीपक टिन्नू फरार हो चुके हैं। ये कैटेगरी का गैंगस्टर। देखो गुरजोत,
कई सवाल खड़े हो रहे हैं, लगातार पुछगिछ ਜਿਹੜੀ ਹੈ ਪ੍ਰੀਤਪਾਲ ਤੋਂ ਹੋ ਰਹੀ ਹੈ, ਲੇਕਿਨ ਇੱਕ ਹੋਰ ਜਿਹੜਾ ਖੁਲਾਸਾ ਸਾਹਮਣੇ ਆਇਆ ਹੈ, ਜਿਹੜੇ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪ੍ਰੀਤਪਾਲ ਨੇ ਇਹਦਾ ਜਦ ਦੀਪਕ ਤੀਨੂ ਫਰਾਰ ਹੋ ਜਾਂਦਾ ਹੈ ਤਾਂ ਇਹਦੀ ਜਾਣਕਾਰੀ ਨਾਲ ਦੇ ਨਾਲ ਨਹੀਂ ਦਿੱਤੀ। ਕਰੀਬ 2 ਤੋਂ 2.5 ਘੰਟੇ ਬਾਅਦ ਇਹਦੀ ਜਾਣਕਾਰੀ ਪੁਲਿਸ ਅਫਸਰਾਂ ਨੂੰ ਦਿੱਤੀ ਹੈ, ਜਿਹਦਾ ਫਾਇਦਾ ਦੀਪਕ ਤੀਨੂ ਨੂੰ ਹੋਇਆ ਹੈ, ਕਿਉਂਕਿ 2 ਤੋਂ 2.5 ਘੰਟੇ ਦਾ ਸਮਾਂ ਬਹੁਤ ਹੁੰਦਾ ਹੈ। ਉਹ ਆਰਾਮ ਨਾਲ ਫਰਾਰ ਹੋ ਗਿਆ, ਬਾਰਡਰ ਏਰੀਆ ਉਹਨੇ ਕ੍ਰਾਸ ਕੀਤਾ, ਪੰਜਾਬ ਦਾ ਉਹਨੇ ਬਾਰਡਰ ਕ੍ਰਾਸ ਕੀਤਾ, ਕਿੱਥੇ ਗਿਆ, ਰਾਜਸਥਾਨ ਗਿਆ ਜਾਂ ਕਿੱਥੇ ਗਿਆ, ਕਿਉਂਕਿ ਹਜੇ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੋਈ ਹੈ। ਯਾਨੀ ਕਿ 2 ਤੋਂ 2.5 ਘੰਟੇ ਦਾ ਜਿਹੜਾ ਸਮਾਂ ਹੁੰਦਾ ਹੈ ਇੱਕ ਅਪਰਾਧੀ ਵਾਸਤੇ ਬਹੁਤ ਹੁੰਦਾ ਹੈ, ਕਿਉਂਕਿ ਪਲੈਨਿੰਗ ਪੂਰੀ ਹੁੰਦੀ ਹੈ ਕਿ ਇੰਨਾ ਸਮਾਂ ਹੈ, ਤੁਸੀਂ ਕਿੰਨੀ ਕੁ ਦੇਰ ਅੱਗੇ ਤੁਸੀਂ ਕ੍ਰਾਸ ਕਰ ਲੋਗੇ, ਤੁਸੀਂ ਬਾਰਡਰ ਕ੍ਰਾਸ ਕਰ ਲੋਗੇ, ਤੁਸੀਂ ਰਾਜਸਥਾਨ ਬਾਰਡਰ ਕ੍ਰਾਸ ਕਰ ਲੋਗੇ ਜਾਂ ਤੁਸੀਂ ਹਰਿਆਣਾ ਬਾਰਡਰ ਕ੍ਰਾਸ। ਇਹ ਬਹੁਤ ਉਹਨੂੰ ਫਾਇਦਾ ਹੋਇਆ, ਇਹਦਾ ਦੀਪਕ ਤੀਨੂ ਨੂੰ ਬਹੁਤ ਇਹਦਾ ਫਾਇਦਾ ਮਿਲਾ ਹੈ ਕਿ ਪ੍ਰੀਤਪਾਲ ਦੀ ਲਾਪਰਵਾਹੀ ਕਰਕੇ, ਪ੍ਰੀਤਪਾਲ ਦੀ ਅਣਗਹਿਲੀ ਕਰਕੇ ਉਹਨੂੰ ਫਾਇਦਾ ਮਿਲਾ, ਕਿਉਂਕਿ 2 ਤੋਂ 2.5 ਘੰਟੇ ਬਾਅਦ ਪ੍ਰੀਤਪਾਲ ਨੇ ਜਿਹੜੇ ਜਾਣਕਾਰੀ ਦੇ ਰਹੇ ਪੁਲਿਸ ਸੋਰਸਿਸ ਇਹਨੇ ਲੇਟ ਜਿਹੜਾ ਹੈ ਪੁਲਿਸ ਅਫਸਰ ਨੂੰ ਦੱਸਿਆ। ਜੇਕਰ ਇਹ ਟਾਈਮ ਸਿਰ ਦੱਸਦਾ ਤਾਂ ਸ਼ਾਇਦ ਉੱਥੇ ਨਾਕੇ ਲਾ ਕੇ ਜਾਂ ਫਿਰ ਅਲਰਟ ਕਰਕੇ ਜਾਂ ਫਿਰ ਕਿਸੇ ਵੀ ਤਰ੍ਹਾਂ ਜਿਹੜੀ ਪੁਲਿਸ ਹੈ ਉਹ ਉਹਨੂੰ ਕਾਬੂ ਕਰ ਸਕਦੀ ਸੀ, ਲੇਕਿन नहीं कर पाई। बिल्कुल बहुत अहम है मनोज, बहुत अहम है और ये भी सवाल है कदों इसनूं दोबारा फड़िया जा सकता है। शुक्रिया तमाम जानकारी ਲਈ, पर क्योंकि ये भी मन्निया जा रहा है, ये भी जानकारियां ने कि टेक्निकली बहुत शातिर है, बहुत ज्यादा शार्प माइंडेड है दीपक टिन्नू। शायद हुण तक इसनूं ताइयों नहीं फड़िया गया क्योंकि मोबाइल हुण इस दे कोल और उस तो बाद इसनूं ट्रेस किया जा सके, ये सारियां संभावनावां हुंदियां ने, पर अजे तक अजिहा कुछ नजर नहीं आया। ਤਾਂ ਉਧਰ ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਦੀ ਅੱਜ ਮਾਨਸਾ ਕੋਰਟ ਦੇ ਵਿੱਚ ਪੇਸ਼ੀ ਹੈ। ਗੈਂਗਸਟਰ ਦੀਪਕ ਟਿੰਨੂ ਦੇ ਫਰਾਰ ਹੋਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਹੈ। ਅੱਜ 4 ਦਿਨ ਦਾ ਪੁਲਿਸ ਰਿਮਾਂਡ ਖਤਮ ਹੋ ਰਿਹਾ ਔਰ ਪੁਲਿਸ ਰਿਮਾਂਡ ਦੇ ਦੌਰਾਨ ਪੁੱਛਗਿੱਛ ਹੋਈ ਸੀ, ਪਰ ਜੋ ਜਾਣਕਾਰੀ ਬਾਹਰ ਆਈ ਕਿ ਇੱਕੋ ਹੀ ਜਵਾਬ ਦਿੱਤਾ ਜਾ ਰਿਹਾ ਸੀ। ਕੱਲ ਐਸਆਈਟੀ ਨੇ ਦੱਸੀ ਕਿ ਪ੍ਰਿਤਪਾਲ ਸਿੰਘ ਤੋਂ ਇਹ ਲੰਮੀ ਪੁੱਛਗਿੱਛ ਕੀਤੀ ਹੈ, 6 ਘੰਟੇ ਤੱਕ सवाल जवाब किए गए ने। ਪ੍ਰਿਤਪਾਲ ਦੇ ਫੋਨ ਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਦਾ ਕਿਸਮ ਦਾ ਜਿਹੜਾ ਪੈਸਾ ਹੈ ਉਹ ਨਾ ਆਇਆ ਹੋਵੇ ਜਾਂ ਫਿਰ ਆਇਆ ਹੋਵੇ ਤਾਂ ਉਸ ਨੂੰ ਲੈ ਕੇ ਪੜਤਾਲ ਹੋਵੇ। ਤਾਂ 6 ਘੰਟੇ ਤੱਕ ਸਵਾਲ ਜਵਾਬ ਕੀਤੇ ਗਏ ਨੇ। ਪ੍ਰਿਤਪਾਲ ਦੇ ਫੋਨ ਤੇ ਬੈਂਕ ਖਾਤਿਆਂ ਦੀ ਜਾਂਚ ਹੋਈ ਹੈ ਔਰ ਕੀਤੀ ਜਾ ਰਹੀ ਹੈ। ਪ੍ਰਿਤਪਾਲ ਦੇ ਕਰੀਬੀਆਂ ਤੋਂ ਵੀ ਸਵਾਲ ਜਵਾਬ ਕੀਤੇ ਜਾ ਰਹੇ ਨੇ, ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸੇ ਮਦਦ ਦੇ ਨਾਲ ਤਾਂ ਉਸ ਨੂੰ ਫਰਾਰ ਨਹੀਂ ਕਰਵਾਇਆ ਗਿਆ। ਬਹੁਤ ਸਾਰੇ ਸਵਾਲ ਨੇ। ਬਲਦੇਵ ਸ਼ਰਮਾ ਨੇ ਫੋਨ ਲਾਈਨ ਤੇ ਸਾਡੇ ਨਾਲ ਮਾਨਸਾ ਤੋਂ। बलदेव की कुछ जानकारी है पेशी नूं लैके, 4 दिन का रिमांड सी, रिमांड के दौरान की कुछ अहम खुलासे इस नूं लैके भी जरूर जानकारी। बिल्कुल गुरजोत, दसना चाहूंगा कि पंजाब सरकार वालों जिहड़ी सिट एसआईटी गठित की गई है उसने देर शाम तक करीब 6 घंटे दोषी प्रितपाल सिंह को पुछगिछ की है तो उसके बैंक खाते करीबियां के बैंक खाते भी खंगाले जा रहे हैं। पिछले 10 दिनों के उसने किहदे नाल गलबात की इसकी भी पूरी डिटेल है जी हासिल कर रही है। मानसा जिले के एसएसपी गौरव तूरा नवनियुक्त जिहड़े सीआईए इंचार्ज है जगदीश कुमार, उन्होंने हुण इस जिहड़े दीपक टिन्नू बारे केस नूं है इज्जत का सवाल बना के इससे पुछगिछ कर रहे हैं, जिसकी अज फिर अदालत के विच प्रितपाल की पेशी है। ते सूत्रों तो पता लग गया कि दोबारा फिर पुलिस इसका रिमांड हासिल करके गहराई नाल पुछगिछ करूगी, क्योंकि पंजाब पुलिस एक बड़ा है जिहड़ा धब्बा ग्रुप प्रितपाल ने लाया, इसनूं ढाउण वास्ते पूरी ताकत है जिहड़ी मानसा पुलिस ने झोक दी। जी ठीक है, बहुत बहुत शुक्रिया तमाम जानकारी ਲਈ, ਧੰਨਵਾਦ ਹੈ। ਤਾਂ ਇਹ ਅੱਜ ਪੇਸ਼ੀ ਹੋਣੀ ਹੈ, ਦੁਬਾਰਾ ਤੋਂ ਰਿਮਾਂਡ ਹਾਸਿਲ ਕਰਨ ਦੀ ਕੋਸ਼ਿਸ਼ ਹੋਏਗੀ ਔਰ ਇੱਥੇ ਇੱਜ਼ਤ ਦਾ ਸਵਾਲ ਬਣਾ ਕੇ ਪੁੱਛਗਿੱਛ ਕੀਤੀ ਗਈ ਹੈ। ਇਹ ਵੀ ਜਾਣਕਾਰੀ ਦਿੱਤੀ ਹੈ ਬਲਦੇਵ ਸ਼ਰਮਾ ਨੇ।